ਕੈਨੇਡੀਅਨ ਸੱਤ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਆ ਖਬਰਾਂ ਦਾ ਬੁਲੇਟਿਨ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਰੂਸ ਦੇ ਚੀਨ ਦੇ ਵੱਲ ਝੁਕਾਵ ਨੇ ਵਧਾਈ ਅਮਰੀਕਾ ਦੀ ਟੈਂਸ਼ਨ। ਪੁਤਿਨ ਦਾ ਪਲਟਵਾਰ, ਬਾਈਡਨ ਅਤੇ ਬਲਿੰਕਨ ਸਮੇਤ ਕਈ ਅਧਿਕਾਰੀਆਂ ਨੇ ਲਾਈ ਪਾਬੰਦੀ। ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੇ ਵੱਲੋਂ ਯੂਕਰੇਨ ਤੇ ਰੂਸੀ ਫੌਜੀ ਹਮਲੇ ਦੀ ਨਿੰਦਾ। ਨਾਟੋ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਟਰੂਡੋ ਬਰਸਲਜ਼ ਜਾਣ ਕੇ। ਇਸ ਕਾਰਨ ਵਾਪਰਿਆ ਸੀ ਕੈਨੇਡਾ ਸੜਕ ਹਾਦਸਾ, ਮਾਰੇ ਗਏ ਸਨ 5 ਭਾਰਤੀ ਵਿਦਿਆਰਥੀ। ਪ੍ਰਵਾਸੀਆਂ ਦੇ ਲਈ ਕੈਨੇਡਾ ਦੇ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ। ਦਿੱਲੀ ਜੈਪੁਰ ਦੇ ਵਿਚਾਲੇ ਦੇਸ਼ ਦਾ ਪਹਿਲਾ ਇਲੈਕਟ੍ਰੀਕਲ ਰਾਜਮਾਰਗ ਬਣਾਉਣਾ ਮੇਰਾ ਸੁਪਨਾ, ਕਿਹਾ ਗਡਕਰੀ ਨੇ। ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਸਤੀਫਾ। ਜੰਗ ਦੇ ਵਿਚਾਲੇ ਜ਼ੈਲੈਂਸਕੀ ਦਾ ਵੱਡਾ ਬਿਆਨ, ਨਾਟੋ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਯੂਕਰੇਨ, ਲੋਕ ਇਸ ਨੂੰ ਸਵੀਕਾਰ ਕਰਨ। ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਚੁੱਕਣਗੇ ਸੀਐਮ ਅਹੁਦੇ ਦੀ ਸਹੁੰ, ਕੇਜਰੀਵਾਲ ਕੈਬਨਿਟ ਸਣੇ ਰਹਿਣਗੇ ਮੌਜੂਦ। ਕੇਜਰੀਵਾਲ ਖਟਕੜ ਕਲਾਂ ਦੇ ਲਈ ਹੋਏ ਰਵਾਨਾ, ਬੋਲੇ ਅੱਜ ਪੂਰਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ। ਜੰਗਲ ਕੱਟਣ ਦੀ ਤਿਆਰੀ ਦੇ ਵਿੱਚ ਪੁਤਿਨ, ਜ਼ੈਲੈਂਸਕੀ ਬੋਲੇ ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ। ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਵੱਲੋਂ 25 ਮਾਰਚ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਰੋਮ ਦੇ ਵਿੱਚ ਚੀਨ ਦੇ ਆਪਣੇ ਹਮਰੁਤਬਾ ਯੋਂਗ ਦੇ ਨਾਲ ਮੁਲਾਕਾਤ ਕੀਤੀ ਅਤੇ ਦੋਪੱਖੀ ਸੰਬੰਧ ਦੇ ਯੂਕਰੇਨ ਦੇ ਖਿਲਾਫ ਰੂਸ ਦੇ ਜੰਗ ਸਮੇਤ ਕਈ ਮੁੱਦਿਆਂ ਤੇ ਚਰਚਾ ਵੀ ਕੀਤੀ। ਵਾਈਟ ਹਾਊਸ ਨੇ ਦੱਸਿਆ ਕਿ ਕਵਾੜ ਸਿਖਰ ਸੰਮੇਲਨ ਦੇ 2 ਹਫ਼ਤੇ ਬਾਅਦ ਮੌਜੂਦਾ ਯੂਕਰੇਨੀ ਸੰਕਟ ਦੇ ਦਰਮਿਆਨ ਦੋਵੇਂ ਅਧਿਕਾਰੀਆਂ ਦੇ ਦਰਮਿਆਨ ਮੁਲਾਕਾਤ ਹੋਈ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਰੂਸ ਦੇ ਚੀਨ ਪ੍ਰਤੀ ਝੁਕਾਅ ਨੂੰ ਲੈ ਕੇ ਅਸੀਂ ਬੇहद ਫਿਕਰਮੰਦ ਹਾਂ। ਨਾਲ ਹੀ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਉਹਨਾਂ ਚਿੰਤਾਵਾਂ ਤੇ ਕੁਝ ਕਦਮਾਂ ਤੇ ਸੰਭਾਵੀ ਪ੍ਰਭਾਵਾਂ ਦੇ ਬਾਰੇ ਪ੍ਰਮੁੱਖ ਤੌਰ ਤੇ ਪ੍ਰਤੱਖ ਤੌਰ ਤੇ ਗੱਲ ਕੀਤੀ ਹੈ। ਇਹ ਪਹਿਲਾਂ ਤੋਂ ਨਿਰਧਾਰਿਤ ਬੈਠਕ ਰੋਮ ਦੇ ਵਿੱਚ 7 ਘੰਟਿਆਂ ਤੱਕ ਚੱਲੀ। ਅਧਿਕਾਰੀ ਨੇ ਵੀ ਕਿਹਾ ਕਿ ਬੈਠਕ ਦੇ ਵਿੱਚ ਕਈ ਮੁੱਦਿਆਂ ਤੇ ਡੂੰਘੀ ਚਰਚਾ ਹੋਈ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਠਕ ਦੇ ਦੌਰਾਨ ਸੁਲੀਵਨ ਨੇ ਯੋਂਗ ਜੀਏਚੀ ਨੂੰ ਅਮਰੀਕਾ ਤੇ ਉਸ ਦੇ ਸਹਿਯੋਗੀ ਤੇ ਭਾਗੀਦਾਰਾਂ ਦੀ ਏਕਤਾ, ਖਾਸ ਕਰਕੇ ਯੂਰਪ ਤੇ ਨਾਟੋ ਸਹਿਯੋਗੀਆਂ ਦੇ ਨਾਲ ਤਾਲਮੇਲ ਤੇ ਰੂਸ ਦੇ ਖਿਲਾਫ ਕਾਰਵਾਈ ਦੇ ਲਈ ਏਸ਼ੀਆ ਪ੍ਰਸ਼ਾਂਤ ਸਹਿਯੋਗੀਆਂ ਦੇ ਯੋਗਦਾਨ ਦੇ ਬਾਰੇ ਵੀ ਜਾਣਕਾਰੀ ਦਿੱਤੀ। ਉਧਰ ਯੂਕਰੇਨ ਰੂਸ ਲੜਾਈ ਦੇ ਵਿੱਚ ਪੱਛਮੀ ਦੇਸ਼ਾਂ ਦੇ ਵੱਲੋਂ ਲਗਾਤਾਰ ਰੂਸ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਰੂਸ ਨੇ ਵੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਐਨਐਸ ਅਤੇ ਸੀਏਐਫ ਸਮੇਤ 13 ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਨੇ ਮੰਗਲਵਾਰ ਨੂੰ ਫਿਰ ਰੂਸ ਦਾ ਸਹਿਯੋਗ ਕਰਨ ਤੇ ਬੈਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਤੇ ਉਹਨਾਂ ਦੀ ਪਤਨੀ ਤੇ ਰੂਸ ਦੇ 8 ਰੱਖਿਆ ਮੰਤਰੀਆਂ ਤੋਂ ਇਲਾਵਾ ਨੈਸ਼ਨਲ ਗਾਰਡ ਦੇ ਨਿਰਦੇਸ਼ਕ ਵਿਕਟਰ ਜ਼ੋਲੋਟੋਵ, ਫੌਜੀ ਤਕਨੀਕੀ ਸਹਿਯੋਗ ਦੇ ਨਿਰਦੇਸ਼ਕ ਦਿਮਿਤਰੀ ਸ਼ੁਗੇਵ ਤੇ ਰੋਸੋਬੋਰੋਨ ਐਕਸਪੋਰਟ ਦੇ ਮਹਾ ਨਿਰਦੇਸ਼ਕ ਅਲੈਗਜ਼ੈਂਡਰ ਮਿਖੇਵ ਤੇ ਪਾਬੰਦੀਆਂ ਲਗਾਈਆਂ ਨੇ। ਉੱਥੇ ਬ੍ਰਿਟੇਨ ਨੇ ਰੂਸ ਦੇ 350 ਤੇ ਜਾਪਾਨ ਦੇ 17 ਰੂਸੀ ਨਾਗਰਿਕਾਂ ਤੇ ਪਾਬੰਦੀ ਲਗਾ ਦਿੱਤੀ ਹੈ। ਯੂਰਪੀ ਸੰਘ ਨੇ ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਦੀ ਸਜ਼ਾ ਦੇ ਤੌਰ ਤੇ ਉਸ ਖਿਲਾਫ ਚੌਥੀ ਵਾਰ ਪਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ। ਈਯੂ ਦੀ ਪ੍ਰਧਾਨਗੀ ਕਰ ਰਹੇ ਫਰਾਂਸ ਨੇ ਕਿਹਾ ਕਿ ਈਯੂ ਨੇ ਰੂਸ ਦੇ ਲਈ ਸਭ ਤੋਂ ਪਸੰਦੀਦਾ ਰਾਸ਼ਟਰ ਦੇ ਅਹੁਦੇ ਸੰਬੰਧੀ ਅਰਜ਼ੀ ਨੂੰ ਖਤਮ ਕਰਨ ਤੇ ਵਿਸ਼ਵ ਵਪਾਰ ਸੰਗਠਨ ਦੇ ਦਾਖਲੇ ਦੇ ਵਿੱਚ ਬੈਲਾਰੂਸ ਦੇ ਅਰਜ਼ੀ ਦੀ ਜਾਂਚ ਨੂੰ ਬੰਦ ਕਰਨ ਸੰਬੰਧੀ WTO ਦੇ ਐਲਾਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਰੂਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਤਾਂ ਕੰਪਨੀਆਂ ਨੂੰ ਬਲੌਕ ਦੇ ਵਿੱਚ ਵਿਸ਼ੇਸ਼ ਤਵੱਜੋ ਨਹੀਂ ਮਿਲੇਗੀ। ਉਧਰ ਬੀਤੇ ਦਿਨੀ ਸੈਂਟਰਲ ਕੈਲੀਫੋਰਨੀਆ ਸਿੱਖ ਕੌਂਸਲ ਦੇ ਪ੍ਰਮੁੱਖ ਮੈਂਬਰਾਂ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਗੁਰਦੁਆਰਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਰੰਦਰਜ਼ ਵਿਖੇ ਸੁਖਦੇਵ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿੱਥੇ ਸਿੱਖ ਸੰਗਤ ਨਾਲ ਜੁੜੇ ਮੁੱਦਿਆਂ ਤੇ ਗੁਰੂ ਘਰਾਂ ਦੇ ਵਿੱਚ ਆਉਣ ਵਾਲੇ ਮੁੱਖ ਪ੍ਰੋਗਰਾਮਾਂ ਦੇ ਬਾਰੇ ਵਿਚਾਰ ਹੋਏ। ਇਸ ਦੌਰਾਨ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੇ ਸਮੂਹ ਮੈਂਬਰਾਂ ਨੇ ਇੱਕ ਵਿਸ਼ੇਸ਼ ਮਤੇ ਦੇ ਰਾਹੀਂ ਰੂਸ ਦੁਆਰਾ ਯੂਕਰੇਨ ਤੇ ਕੀਤੇ ਜਾ ਰਹੇ ਹਥਿਆਰਬੰਦ ਨਕਸਲਵਾਦੀ ਹਮਲਿਆਂ ਦੀ ਨਿੰਦਾ ਕੀਤੀ ਹੈ। ਇਸ ਸਮੇਂ ਸਥਾਨਕ ਨਾਗਰਿਕਾਂ ਦੀਆਂ ਮੌਤਾਂ ਦੇ ਲਈ ਸ਼ੋਕ ਪ੍ਰਗਟ ਕੀਤਾ ਗਿਆ। ਯੂਕਰੇਨ ਦੇ ਵਿੱਚ ਫਸੇ ਭਾਰਤੀ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਦੇ ਵਿੱਚ ਮਦਦ ਕਰ ਰਹੀਆਂ ਵੱਖ-ਵੱਖ ਸਰਕਾਰਾਂ, ਸੰਸਥਾਵਾਂ ਤੇ ਸਿੱਖ ਜਥੇਬੰਦੀਆਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਸਮੇਂ ਚਿੰਤਾ ਪ੍ਰਗਟ ਕਰਦਿਆਂ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਵੀ ਕਾਮਨਾ ਕੀਤੀ ਗਈ ਹੈ। ਉਧਰ ਯੂਕਰੇਨ ਦੇ ਉੱਤੇ ਰੂਸ ਦੇ ਵੱਲੋਂ ਕੀਤੇ ਗਏ ਹਮਲੇ ਦੇ ਸੰਬੰਧ ਦੇ ਵਿੱਚ ਇਸ ਮਹੀਨੇ ਦੇ ਅੰਤ ਦੇ ਵਿੱਚ ਹੋਣ ਜਾ ਰਹੀ ਨਾਟੋ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬ੍ਰਸਲਜ਼ ਜਾਣਗੇ। ਇਹ ਮੀਟਿੰਗ ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ ਦੇ ਵਿੱਚ 24 ਮਾਰਚ ਨੂੰ ਹੋਵੇਗੀ। ਉਧਰ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੱਚ ਬੀਤੇ ਦਿਨੀ ਵਾਪਰੇ ਭਿਆਨਕ ਸੜਕ ਹਾਦਸੇ ਦੇ ਸੰਬੰਧ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਦੱਖਣੀ ਓਨਟਾਰੀਓ ਦੇ ਕੁਇੰਟੇ ਵੈਸਟ ਦੇ ਵਿੱਚ ਹਾਈਵੇ 401 ਤੇ ਵੈਨ ਨੂੰ ਰੋਕਿਆ ਗਿਆ ਸੀ, ਜਿਸ ਕਾਰਨ ਟਰੱਕ ਵੈਨ ਦੇ ਨਾਲ ਟਕਰਾ ਗਿਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਲਾਂਕਿ ਪੁਲਿਸ ਨੇ ਵੈਨ ਰੋਕਣ ਦਾ ਕਾਰਨ ਨਹੀਂ ਦੱਸਿਆ, ਪਰ ਮ੍ਰਿਤਕਾਂ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵੈਨ ਦੀਆਂ ਲਾਈਟਾਂ ਅਤੇ ਵਿੰਡਸ਼ੀਲਡ ਤੇ ਜਮੀ ਬਰਫ਼ ਨੂੰ ਸਾਫ਼ ਕਰਨ ਦੇ ਲਈ ਵੈਨ ਨੂੰ ਹਾਈਵੇ ਤੇ ਰੋਕਿਆ ਗਿਆ ਸੀ ਅਤੇ ਇੱਕ ਨੌਜਵਾਨ ਗੱਡੀ ਤੋਂ ਬਾਹਰ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ ਦੇ ਵਿੱਚ 5 ਭਾਰਤੀ ਵਿਦਿਆਰਥੀ ਹਰਪ੍ਰੀਤ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਅਤੇ 2 ਹੋਰ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ, ਜੋ ਹੁਣ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ, ਜਦਕਿ ਇੱਕ ਵਿਦਿਆਰਥੀ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚ ਗਿਆ ਹੈ।
ਉਧਰ ਕੈਨੇਡਾ ਪ੍ਰਵਾਸੀਆਂ ਦੇ ਲਈ ਦੁਨੀਆ ਦਾ ਸਭ ਤੋਂ ਵਧੀਆ ਦੇਸ਼ਾਂ ਦੇ ਵਿੱਚੋਂ ਇੱਕ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਵਿਦਿਆਰਥੀ, ਹੁਨਰਮੰਦ ਪੇਸ਼ੇਵਰ, ਕਾਰੋਬਾਰ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਫਿਰ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤੇ ਹੁਣ ਕੈਨੇਡਾ ਜਾਣ ਦਾ ਉਹਨਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ, ਫਿਰ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਕੰਮ ਕਰਦੇ ਹੋਣ। ਕੈਨੇਡਾ ਸਰਕਾਰ ਨੂੰ ਖਾਸ ਕਰਕੇ ਪਲੰਬਰ, ਮੈਸਨ, ਇਲੈਕਟ੍ਰੀਸ਼ੀਅਨ, ਇੰਜੀਨੀਅਰ, ਕੁੱਕ, ਖਾਣਾ ਪੈਕ ਕਰਨ, ਫਲ ਪੈਕ ਕਰਨ ਜਾਂ ਡਰਾਈਵਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਵੀ ਬਹੁਤ ਲੋੜ ਹੈ। ਸਰਕਾਰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਵੀ ਦੇ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰਨ ਨੂੰ ਵੀ ਕਿਹਾ। ਕਰੋਨਾ ਕਰਕੇ ਸਰਕਾਰ ਨੂੰ ਕਾਫੀ ਨੁਕਸਾਨ ਹੋਇਆ, ਪਰ ਜਿਵੇਂ-ਜਿਵੇਂ ਕਰੋਨਾ ਦੀ ਲਹਿਰ ਹੁਣ ਘਟੀ ਹੈ, ਸਰਕਾਰ ਪ੍ਰਵਾਸੀਆਂ ਦੀ ਰਾਹਤ ਦੇ ਰਹੀ ਹੈ ਤੇ ਪ੍ਰਵਾਸੀਆਂ ਦੇ ਕੋਲ ਵੀ ਕੈਨੇਡਾ ਜਾ ਕੇ ਕੰਮ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਜੇ ਤੁਹਾਡੇ ਵੀ ਸਾਰੇ ਦਸਤਾਵੇਜ਼ ਪੂਰੇ ਨੇ ਤੇ ਤੁਸੀਂ ਵੀ ਕਿਸੇ ਕਾਰਨ ਕੈਨੇਡਾ ਜਾਣ ਤੋਂ ਰਹਿ ਗਏ ਸੀ ਤਾਂ ਹੁਣ ਤੁਸੀਂ ਵੀ ਅਪਲਾਈ ਕਰ ਸਕਦੇ ਹੋ। ਉਧਰ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਤੋਂ ਜੈਪੁਰ ਦੇ ਵਿਚਾਲੇ ਭਾਰਤ ਦਾ ਪਹਿਲਾ ਇਲੈਕਟ੍ਰੀਕਲ ਰਾਜਮਾਰਗ ਬਣਾਉਣਾ ਉਹਨਾਂ ਦਾ ਸੁਪਨਾ ਹੈ। ਇੱਥੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਇਹ ਵੀ ਕਿਹਾ ਕਿ ਮਣੀਪੁਰ, ਸਿੱਕਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੇ ਵਿੱਚ ਰੋਪਵੇ ਕੇਬਲ ਸਥਾਪਿਤ ਕਰਨ ਦੇ ਲਈ ਸਰਕਾਰ ਨੂੰ ਹੁਣ ਤੱਕ 47 ਪ੍ਰਸਤਾਵ ਮਿਲੇ ਨੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਗਡਕਰੀ ਨੇ ਕਿਹਾ ਕਿ NHAI ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ। ਫੈਸਲਾ ਲੈਣ ਦੇ ਵਿੱਚ ਦੇਰੀ ਉਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਹੈ ਜਿੱਥੇ NHAI ਦੇ ਵਿੱਚ ਸੁਧਾਰ ਲਿਆਉਣਾ ਹੋਵੇਗਾ। ਉਹਨਾਂ ਨੇ ਕਿਹਾ ਕਿ NHAI ਸੜਕ ਕੰਢੇ 650 ਸਹੂਲਤਾਂ ਦਾ ਨਿਰਮਾਣ ਕਰ ਰਿਹਾ। ਉਹਨਾਂ ਨੇ ਦਿੱਲੀ ਮੇਰਠ ਐਕਸਪ੍ਰੈਸ ਵੇ ਤੇ ਕੁਝ ਠੇਕੇਦਾਰਾਂ ਦੇ ਵੱਲੋਂ ਵਿਕਸਿਤ ਸਹੂਲਤਾਂ ਸੰਬੰਧੀ ਨਿਰਾਸ਼ਾ ਵੀ ਜਤਾਈ ਹੈ। ਗਡਕਰੀ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਜੈਵਿਕ ਬਾਲਣ ਤੋਂ ਬਿਟੂਮਨ ਯਾਨੀ ਕਿ ਸੜਕ ਨਿਰਮਾਣ ਦੇ ਵਿੱਚ ਇਸਤੇਮਾਲ ਹੋਣ ਵਾਲੀ ਸਮੱਗਰੀ ਦਾ ਨਿਰਮਾਣ ਕਰਨਾ ਵੀ ਹੈ। ਉਧਰ ਨਿਤਿਨ ਗਡਕਰੀ ਬੁੱਧਵਾਰ ਨੂੰ ਹਾਈਡਰੋਜਨ ਆਧਾਰਿਤ ਆਧੁਨਿਕ ਇੰਧਨ ਸੈਲ ਇਲੈਕਟ੍ਰਿਕ ਵਾਹਨਾਂ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇੱਕ ਅਧਿਕਾਰਿਤ ਬਿਆਨ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਟੋਇਟਾ ਕਿਰਲੋਸਕਰ ਮੋਟਰ ਨੇ ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਕਨੋਲੋਜੀ ਦੇ ਨਾਲ ਮਿਲ ਕੇ ਦੁਨੀਆ ਦੇ ਸਭ ਤੋਂ ਉੱਨਤ FCEV ਟੋਯੋਟਾ ਮਿਰਿਆਈ ਦੇ ਅਧਿਐਨ ਅਤੇ ਮੁਲਾਂਕਣ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ। ਗਡਕਰੀ ਨੇ ਇਲੈਕਟ੍ਰੀਕਲ ਰਾਜਮਾਰਗ ਸੰਬੰਧੀ ਕਿਹਾ ਕਿ ਉਹਨਾਂ ਦੇ ਮੰਤਰਾਲੇ ਦੇ ਕੋਲ ਕਾਫੀ ਬਜਟ ਹੈ ਤੇ ਬਾਜ਼ਾਰ ਵੀ ਇਸ ਨੂੰ ਸਮਰਪਣ ਦੇਣ ਦੇ ਲਈ ਤਿਆਰ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2022-23 ਦੇ ਵਿੱਚ ਸੜਕ ਤੇ ਟਰਾਂਸਪੋਰਟ ਮੰਤਰਾਲੇ ਦੇ ਲਈ 1.99 ਲੱਖ ਕਰੋੜ ਰੁਪਏ ਅਲਾਟ ਕੀਤੇ ਨੇ। ਇਸ ਵਿੱਚ 1.34 ਲੱਖ ਕਰੋੜ ਰੁਪਏ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਅਲਾਟ ਕੀਤੇ ਜਾਣਗੇ। उधर पंजाब प्रदेश कांग्रेस प्रधान नवजोत सिंह सिद्धू ने अज अपने अहुदे तो अस्तीफा दे दिता। नवजोत सिंह सिद्धू ने अपने अस्तीफे का जिक्र ट्वीट करते हुए किया। सोनिया गांधी ने नवजोत सिंह सिद्धू के वलों सिर्फ एक लाइन के विच ही अपना अस्तीफा लिख के भेजा गया। तो दस दिए कि 5 सूबे के विच कांग्रेस की हुई करारी हार तो बाद बीते दिनी कांग्रेस प्रधान सोनिया गांधी ने वड्डा फैसला लिया सी। सोनिया गांधी ने बीते दिनी पंजाब कांग्रेस के प्रधान नवजोत सिंह सिद्धू समेत उत्तर प्रदेश, उत्तराखंड, गोवा ते मणिपुर के प्रदेश कांग्रेस कमेटी प्रधानों तो अस्तीफे की मांग की है। दूजे पासे विधान सभा चोणां दे विच कांग्रेस की हुई नामोशी वाली हार दे विचों लगातार नवजोत सिंह सिद्धू की प्रधानगी ते कई तरह के उठाए जा रहे हैं। ਜ਼ਿਕਰਯੋਗ ਹੈ ਕਿ ਅਹੁਦੇ ਤੋਂ ਅਸਤੀਫੇ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਿਆਸੀ ਭਵਿੱਖ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗ ਗਏ ਨੇ। ਕਾਂਗਰਸ ਹਾਈਕਮਾਨ ਨੇ ਬਹੁਤ ਜ਼ਿਆਦਾ ਉਮੀਦਾਂ ਕਰਕੇ ਨਵਜੋਤ ਸਿੱਧੂ ਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਕਮਾਨ ਸੌਂਪੀ ਸੀ, ਜੋ ਅੱਜ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਲੈਣ ਦੇ ਲਈ ਮਜਬੂਰ ਹੋਣਾ ਪਿਆ ਹੈ। उधर रूस और यूक्रेन के विचाले 21वें दिन भी जंग जारी है। जमीन ते दोहां ही देशों ਦੀਆਂ फौजां एक दूजे के खिलाफ लगातार मुकाबला कर रही हैं। पर इस तनावपूर्ण माहौल के विचकार यूक्रेन के राष्ट्रपति वलोदिमीर ज़ेलेंस्की ने वड्डा बयान दिता। उन्होंने कहा कि यूक्रेन नाटो के विच शामिल नहीं हो सकता। उन्होंने उत्थे दे लोकां नूं इस तत्थ दे उत्ते स्वीकार करने की अपील की है। हुण ज़ेलेंस्की के इस बयान नूं जंग के विचकार बहुत ही महत्वपूर्ण मन्निया जा रहा है। युद्ध की शुरुआत तो ही रूस लगातार कह रहा है कि यूक्रेन किसी भी कीमत ते नाटो के विच शामिल नहीं होगा। राष्ट्रपति वलोदिमीर पुतिन ने खुद कई मौके ते चेतावनियां जारी कीतियां ने। अजिहे दे विच हुण ज़ेलेंस्की दा इस मुद्दे ते नरम पैना वड्डा संकेत मनिया जा रहा है। वैसे रूस दे नाल पहली वार्ता के दौरान भी राष्ट्रपति ज़ेलेंस्की ने इस मुद्दे ते अपना रुख बदल लिया सी। उन्होंने कहा कि नाटो दे विच शामिल होने तो ज्यादा जोर नहीं दे रहे। अजिहे दे विच जंग के 20 दिन बाद वो मुड़ अपने देश के सामने अजिहा बयान दे रहे हैं तो इस दे कई वड्डे अर्थ भी कढे जा सकते हैं। जेकर इत्थे रूस यूक्रेन जंग की गल करिए तो यह पिछले 20 दिनों तो लगातार जारी है। यूक्रेन ने मजबूती के नाल अपने देश का बचाव किया, पर रूस के हमलिਆਂ ने कई मौकों पर यूक्रेन को भारी नुकसान भी पहुंचाया। हुण रूस राजधानी कीव वल वध रहा है, उत्थे दे पासे बंबारी शुरू कर दी गई है। रूस के वलों कीव ते कब्जा करने की पूरी कोशिश की जा रही है, पर राष्ट्रपति ज़ेलेंस्की हार मनन के लिए तैयार नहीं हैं। वो एक बार के लिए नाटो के मुद्दे ते झुकते दिखाई दे रहे हैं, पर समर्पण करने के मूड के विच नहीं हैं। तो दस दें कि अजे विगड़ते हालातों को वेखदे होए कीव के मेयर ने भी सारे पुरुषों को अपील की है कि वो अपनी राजधानी परतन और अपने देश के लिए लड़न। यूक्रेन पहला ही अपने नागरिकों को हथियार देने की गल कर चुकी है। इस खतरे के विचकार पूरे देश को एकजुट करने की कोशिश की जा रही है ताकि यूक्रेन के हमले का मजबूती के नाल सामना किया जा सके।
ਉਧਰ ਪੰਜਾਬ ਦੇ ਵਿੱਚ ਹੁਣ ਜਾਂ ਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਦੁਪਹਿਰ 12:30 ਵਜੇ ਹੋਣ ਵਾਲੇ ਇਸ ਸਮਾਗਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ 2 ਲੱਖ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਨੂੰ ਬਸੰਤੀ ਰੰਗ ਦੇ ਵਿੱਚ ਰੰਗਣ ਦਾ ਐਲਾਨ ਕੀਤਾ, ਜਿਸ ਦੇ ਲਈ ਪੁਰਸ਼ਾਂ ਨੂੰ ਪੀਲੀ ਪੱਗ ਅਤੇ ਔਰਤਾਂ ਨੂੰ ਪੀਲੀਆਂ ਚੁੰਨੀਆਂ ਸਿਰ ਤੇ ਲੈਣ ਦੀ ਅਪੀਲ ਕੀਤੀ ਹੈ। ਇਹਨਾਂ ਨੇ ਸਮਾਗਮ ਵਾਲੀ ਥਾਂ ਤੇ ਪੰਡਾਲ ਨੂੰ ਵੀ ਪੀਲੇ ਰੰਗ ਦੇ ਨਾਲ ਸਜਾਇਆ ਗਿਆ। ਇਸ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੂਰੀ ਕੈਬਨਿਟ ਸਣੇ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦੇ ਖਟਕੜ ਕਲਾਂ ਦੇ ਵਿੱਚ ਕਰੀਬ 13 ਏਕੜ ਦੇ ਵਿੱਚ ਪੰਡਾਲ ਬਣਾਇਆ ਗਿਆ, ਜਿਸ ਦੇ ਵਿੱਚ 3 ਸਟੇਜ ਬਣਾਏ ਗਏ ਨੇ। ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ BR ਪੁਰੋਹਿਤ ਪਹਿਲੀ ਸਟੇਜ ਤੇ ਹੋਣਗੇ। ਦੂਜੇ ਨੰਬਰ ਤੇ CM ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਕੈਬਨਿਟ ਬੈਠੇਗੀ। ਤੀਜੇ ਨੰਬਰ ਤੇ ਪੰਜਾਬ ਦੇ ਸਾਰੇ 116 ਵਿਧਾਇਕਾਂ ਦੇ ਲਈ ਕੁਰਸੀ ਰੱਖੀ ਗਈ ਹੈ। ਸੁਰੱਖਿਆ ਦੇ ਲਈ ਕਰੀਬ 10,000 ਤਾਇਨਾਤ ਕੀਤੇ ਗਏ ਨੇ। ਸਹੁੰ ਚੁੱਕ ਸਮਾਗਮ 100 ਏਕੜ ਦੀ ਜਗ੍ਹਾ ਦੇ ਵਿੱਚ ਹੋ ਰਿਹਾ ਹੈ। ਇਸ ਦੇ ਵਿੱਚ 40 ਏਕੜ ਦੇ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਮਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਹੈਲੀਪੈਡ ਅਤੇ 25,000 ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਪੁਲਿਸ ਦੇ 10,000 ਜਵਾਨ ਹਰ ਪੜਾਅ ਤੇ ਤਾਇਨਾਤ ਕੀਤੇ ਗਏ ਨੇ ਤਾਂ ਜੋ ਪ੍ਰੋਗਰਾਮ ਦੇ ਵਿੱਚ ਕੋਈ ਗੜਬੜੀ ਨਾ ਹੋਵੇ। ਸ਼ਹੀਦ ਭਗਤ ਸਿੰਘ ਦੇ ਪਿੰਡ ਦੇ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰਕੇ ਇਹ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਸਿਆਸਤ ਦੇ ਵਿੱਚ ਵਿਰੋਧੀਆਂ ਨੂੰ ਮਾਤ ਦੇਣਾ ਚਾਹੁੰਦੀ ਹੈ, ਪਰ ਵਿਰੋਧੀ ਇਹਨਾਂ ਸਾਰੇ ਪ੍ਰਬੰਧਾਂ ਨੂੰ ਫਜ਼ੂਲ ਖਰਚੀ ਦੱਸਣ ਤੋਂ ਗੁਰੇਜ਼ ਨਹੀਂ ਕਰ ਰਹੇ। ਉਧਰ ਖਟਕੜ ਕਲਾਂ ਦੇ ਵਿੱਚ ਨਿਕਲਣ ਵਾਲੇ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਅੱਜ ਪੰਜਾਬ ਦੇ ਲਈ ਬਹੁਤ ਵੱਡਾ ਦਿਨ ਹੈ। ਨਵੀਂ ਉਮੀਦ ਦੀ ਇੱਕ ਸੁਨਹਿਰੀ ਸਵੇਰ। ਅੱਜ ਪੂਰਾ ਪੰਜਾਬ ਇਕੱਠਾ ਹੋ ਕੇ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ। ਉਹ ਇਤਿਹਾਸਕ ਪਲ ਦਾ ਸਾਕਸ਼ੀ ਬਣਨ ਦੇ ਲਈ ਮੈਂ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਲਈ ਰਵਾਨਾ ਹੋ ਗਿਆ ਹਾਂ। ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ। ਦਰਅਸਲ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਕਾਫੀ ਪ੍ਰਭਾਵਿਤ ਹਨ। ਕਾਮੇਡੀਅਨ ਦੇ ਵਜੋਂ ਸਫਲਤਾ ਹਾਸਲ ਕਰਨ ਤੋਂ ਬਾਅਦ ਵੀ ਉਹ ਇੱਥੇ ਆਉਂਦੇ ਰਹੇ। ਉਹਨਾਂ ਨੇ ਇੱਥੋਂ ਹੀ 2011 ਦੇ ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇਸ ਦਾ ਐਲਾਨ ਖਟਕੜ ਕਲਾਂ ਤੋਂ ਹੀ ਹੋਇਆ ਸੀ। ਇੱਥੇ ਉਹਨਾਂ ਨੇ ਜ਼ਿੰਦਗੀ ਦਾ ਪਹਿਲਾ ਸਿਆਸੀ ਭਾਸ਼ਣ ਦਿੱਤਾ ਸੀ। ਕਮੇਡੀਅਨ ਤੋਂ ਲੈ ਕੇ ਪਹਿਲੀ ਵਾਰ ਸੰਗਰੂਰ ਸੀਟ ਤੋਂ ਸਾਂਸਦ ਚੁਣੇ ਜਾਣ ਤੇ ਵੀ ਉਹ ਇੱਥੇ ਹੀ ਆਏ ਸਨ। ਨਵੀਂ ਗੱਡੀ ਖਰੀਦਣ ਤੇ ਵੀ ਉਹ ਖਟਕੜ ਕਲਾਂ ਨਤਮਸਤਕ ਹੋਣ ਜਾਂਦੇ ਰਹੇ। ਉਧਰ ਰੂਸ ਯੂਕਰੇਨ ਦੇ ਵਿੱਚ ਜੰਗ ਦਾ ਅੱਜ 20ਵਾਂ ਦਿਨ ਹੈ। ਇਸ ਦਰਮਿਆਨ ਦੋਵੇਂ ਦੇਸ਼ਾਂ ਦੇ ਵਿਚਾਲੇ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਲੜਾਈ ਖਤਮ ਹੋਣ ਦੀ ਆਮ ਸਹਿਮਤੀ ਨਹੀਂ ਬਣ ਰਹੀ। ਲੰਬੀ ਚੱਲੀ ਜੰਗ ਦੇ ਵਿੱਚ ਰੂਸ ਦੇ ਫੌਜੀ ਉਪਕਰਨ ਤੇ ਗੋਲਾ ਬਾਰੂਦ ਤੇਜ਼ੀ ਦੇ ਨਾਲ ਖਤਮ ਹੋ ਗਏ ਨੇ। ਸਾਬਕਾ ਅਮਰੀਕੀ ਫੌਜ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਕੋਲ ਸਿਰਫ 10 ਦਿਨ ਦਾ ਹੀ ਹੁਣ ਗੋਲਾ ਬਾਰੂਦ ਬਚਿਆ। ਦੂਜੇ ਪਾਸੇ ਯੂਕਰੇਨ ਬਨਾਮ ਰੂਸ ਮਾਮਲੇ ਦੇ ਵਿੱਚ ਕੌਮਾਂਤਰੀ ਅਦਾਲਤ 16 ਮਾਰਚ ਨੂੰ ਆਪਣਾ ਫੈਸਲਾ ਸੁਣਾ ਸਕਦਾ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਸਾਡੇ ਜੰਗਲ ਕੱਟਣ ਦੀ ਤਿਆਰੀ ਕਰ ਰਹੇ ਨੇ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ। ਇਸ ਦੇ ਵਿੱਚ ਉਹਨਾਂ ਨੇ ਰੂਸ ਤੇ ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਰੂਸ ਦੇ ਕਦਮ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੇ। ਉਹਨਾਂ ਨੇ ਵੀ ਕਿਹਾ ਕਿ ਅਸੀਂ ਜੀਵਨ ਦੇ ਲਈ ਲੜ ਰਹੇ ਹਾਂ, ਅਸੀਂ ਟੈਂਕਾਂ ਜਹਾਜ਼ਾਂ ਦੇ ਖਿਲਾਫ ਲੜ ਰਹੇ ਹਾਂ ਜਿਨ੍ਹਾਂ ਦਾ ਇਸਤੇਮਾਲ ਰੂਸ ਸਾਨੂੰ ਤਬਾਹ ਕਰਨ ਦੇ ਲਈ ਕਰ ਰਿਹਾ ਹੈ, ਪਰ ਰੂਸ ਖੁਦ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਯੂਕਰੇਨ ਦੇ ਫੌਜੀ ਇੰਟੈਲੀਜੈਂਸ ਵੱਲੋਂ ਪ੍ਰਕਾਸ਼ਿਤ ਇੱਕ ਦਸਤਾਵੇਜ਼ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਪੁਤਿਨ ਯੂਕਰੇਨ ਦੇ ਜੰਗਲਾਂ ਦੇ ਵਿੱਚ ਵੱਡੇ ਪੱਧਰ ਤੇ ਕਟਾਈ ਕਰਨ ਦਾ ਹੁਕਮ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਨੇ। ਇਸ ਲੱਕੜੀ ਨੂੰ ਰੂਸ ਦੇ ਵਿੱਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਕਰੇਨ ਦੇ ਡਿਫੈਂਸ ਇੰਟੈਲੀਜੈਂਸ ਦੇ ਵੱਲੋਂ ਪ੍ਰਕਾਸ਼ਿਤ ਦਸਤਾਵੇਜ਼ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਪੱਤਰ ਵੀ ਸਾਂਝਾ ਕੀਤਾ ਗਿਆ। ਸਪੂਤਨਿਕ ਦੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜ਼ੈਲੈਂਸਕੀ ਨੇ ਕਿਹਾ ਕਿ ਯੂਕਰੇਨ ਨੂੰ ਇਹ ਹਰ ਹਾਲਤ ਦੇ ਵਿੱਚ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਨਾਟੋ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਉਧਰ ਆਮ ਆਦਮੀ ਪਾਰਟੀ ਦੇ ਲਈ ਖੁਸ਼ਹਾਲ ਅਤੇ ਬਦਲਾਵ ਨਾਅਰਾ ਲੈ ਕੇ ਸੱਤਾ ਦੇ ਵਿੱਚ ਪੁੱਜਣ ਵਾਲੀ ਆਮ ਆਦਮੀ ਪਾਰਟੀ ਦੀ ਰਵਾਇਤੀ ਪਾਰਟੀਆਂ ਦੀ ਹੀ ਤਰ੍ਹਾਂ ਖਾਸ ਬਣਨ ਦੇ ਰਾਹ ਤੇ ਚੱਲ ਪਈ ਹੈ। ਪਹਿਲਾਂ ਅੰਮ੍ਰਿਤਸਰ ਦੇ ਵਿੱਚ ਕਿਤੇ ਰੋਡ ਸ਼ੋਅ ਦੇ ਲਈ ਸਰਕਾਰੀ ਬੱਸਾਂ ਦੀ ਦੁਰਵਰਤੋਂ ਕੀਤੀ ਗਈ ਤੇ ਹੁਣ ਸਹੁੰ ਚੁੱਕ ਸਮਾਗਮ ਦੇ ਲਈ ਬੇਮਤਲਬ ਦਾ ਖਰਚ ਕੀਤਾ ਗਿਆ। ਕ੍ਰਾਂਤੀਵਾਦੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਸਰਕਾਰਾਂ ਆਮ ਆਦਮੀ ਤੇ ਲਗਾਤਾਰ ਖਰਚ ਦਾ ਬੋਝ ਵਧਾ ਰਹੀਆਂ ਨੇ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਹੋਇਆਂ ਕਿਹਾ ਕਿ 21 ਮਾਰਚ ਨੂੰ ਕੇਂਦਰ ਸਰਕਾਰ ਦੀ ਵਾਅਦਾ ਖਿਲਾਫ ਤੇ ਮਹਿੰਗਾਈ ਦੇ ਰੋਸ ਵਜੋਂ ਜ਼ਿਲ੍ਹਾ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ 25 ਮਾਰਚ ਨੂੰ ਚੰਡੀਗੜ੍ਹ ਦੇ ਵੱਲੋਂ ਟਰੈਕਟਰ ਮਾਰਚ ਕਰਕੇ BBMB ਸੰਬੰਧੀ ਲਏ ਗਏ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਵਿਰੋਧ ਦਰਜ ਕਰਵਾਇਆ ਜਾਵੇਗਾ। ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਦੇ ਧੀ ਪੁੱਤ ਇਸ ਸਹੁੰ ਚੁੱਕ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੇ ਨੇ। ਦੱਸਣਯੋਗ ਹੈ ਕਿ ਭਗਵੰਤ ਮਾਨ ਦਾ ਆਪਣੀ ਪਤਨੀ ਦੇ ਨਾਲ ਸਾਲ 2015 ਦੇ ਵਿੱਚ ਤਲਾਕ ਹੋ ਚੁੱਕਿਆ ਤੇ ਉਹਨਾਂ ਦੇ ਦੋਵੇਂ ਬੱਚੇ ਆਪਣੀ ਮਾਂ ਦੇ ਨਾਲ ਅਮਰੀਕਾ ਰਹਿ ਰਹੇ ਨੇ। ਹੁਣ ਭਗਵੰਤ ਮਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ ਤਾਂ ਬੱਚੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਪਿਤਾ ਦੇ ਕੋਲ ਪਹੁੰਚੇ ਨੇ। ਭਗਵੰਤ ਮਾਨ ਦੇ ਪੁੱਤਰ ਦਿਲਸ਼ਾਨ ਦੀ ਉਮਰ 17 ਸਾਲ ਦੀ ਹੈ ਜਦਕਿ ਉਹਨਾਂ ਦੀ ਬੇਟੀ ਸੀਰਤ ਕੌਰ 21 ਸਾਲਾਂ ਦੀ ਹੈ ਜੋ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਪੁੱਜੇ ਨੇ। ਦੱਸਣਯੋਗ ਹੈ ਕਿ ਭਗਵੰਤ ਮਾਨ ਦੇ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜਾਣੀ ਹੈ। ਭਗਵੰਤ ਮਾਨ ਦੇ ਵੱਲੋਂ ਸਾਰੇ ਪੰਜਾਬੀਆਂ ਨੂੰ ਸਹੁੰ ਚੁੱਕ ਸਮਾਰੋਹ ਦੇ ਵਿੱਚ ਪੁੱਜਣ ਦਾ ਸੱਦਾ ਵੀ ਦਿੱਤਾ ਗਿਆ। ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਮੰਥਨ ਦੀ ਮੁਦਰਾ ਦੇ ਵਿੱਚ ਆ ਗਈ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਦਿਨ ਭਰ ਮਹਾ ਮੰਥਨ ਦਾ ਦੌਰ ਚੱਲਦਾ ਰਿਹਾ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਈ ਨੇਤਾਵਾਂ ਦੇ ਨਾਲ 1-to-1 ਬੈਠਕ ਕਰਕੇ ਹਾਰ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਉਧਰ ਬੈਠਕ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਰਹੇ। ਬੈਠਕ ਦੇ ਦੌਰਾਨ ਜ਼ਿਆਦਾਤਰ ਨੇਤਾਵਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਕਰਾਰੀ ਹਾਰ ਦਾ ਵੱਡਾ ਕਾਰਨ ਨੇਤਾਵਾਂ ਦੀ ਬੇਵਜ੍ਹਾ ਬਿਆਨਬਾਜ਼ੀ ਰਹੀ। ਚੋਣਾਂ ਦੇ ਦੌਰਾਨ ਕਈ ਅਜਿਹੇ ਮੌਕੇ ਆਏ ਜਦੋਂ ਗਲਤ ਬਿਆਨਬਾਜ਼ੀ ਨੇ ਰਾਤੋਂ ਰਾਤ
ਚੋਣਾਂ ਦੀ ਦਿਸ਼ਾ ਬਦਲ ਦਿੱਤੀ। ਨੇਤਾਵਾਂ ਦਾ ਇਹ ਵੀ ਕਹਿਣਾ ਕਿ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਵੀ ਹਾਰ ਦਾ ਵੱਡਾ ਕਾਰਨ ਹੈ। ਕਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਕਦੇ ਨਵਜੋਤ ਸਿੰਘ ਸਿੱਧੂ ਦੇ ਸੁਰ ਦੇ ਵਿੱਚ ਸੁਰ ਮਿਲਾਉਂਦੇ ਨੇਤਾ ਸਾਫ਼ ਤੌਰ ਤੇ ਖੇਮਿਆਂ ਦੇ ਵਿੱਚ ਵੰਡੇ ਹੋਏ ਵਿਅਕਤੀ ਦਿਖਾਈ ਦਿੱਤੇ। ਪੰਜਾਬ ਦੇ ਲੋਕ ਰੋਜ਼ਾਨਾ ਕਲੇਸ਼ ਤੋਂ ਇੰਨੇ ਅੱਕ ਚੁੱਕੇ ਸਨ ਕਿ ਉਹਨਾਂ ਦਾ ਕਾਂਗਰਸ ਤੋਂ ਭਰੋਸਾ ਹੀ ਡਗਮਗਾ ਗਿਆ। ਉਧਰ ਵਿਧਾਇਕ ਪ੍ਰਗਟ ਸਿੰਘ ਤੇ ਸੰਜਮ ਦੀ ਗੱਲ ਨੂੰ ਤਵੱਜੋ ਦਿੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਹੁਣ ਨੇਤਾਵਾਂ ਨੂੰ ਇੱਕ ਦੂਜੇ ਤੇ ਹਾਰ ਦਾ ਭਾਂਡਾ ਭੰਨਣ ਦੀ ਥਾਂ ਸਬਕ ਲੈਣਾ ਚਾਹੀਦਾ ਤੇ ਅੱਗੇ ਵੀ ਰਣਨੀਤੀ ਬਣਾਉਣੀ ਚਾਹੀਦੀ ਹੈ। बैठक के दौरान पहले दौर के हरीश चौधरी, नवजोत सिंह सिद्धू ते चरणजीत सिंह चन्नी के नेतावां दे नाल बैठक की। इस दौरान बस्सी पठाणा तो उम्मीदवार रहे गुरप्रीत सिंह ते जीपी ने जम के पड़ास कड्ढी। उन्होंने सीधे तौर पर चन्नी नूं निशाने ते लैंदे होया कहा कि चन्नी नूं मुख मंत्री बनाउणा गलत फैसला सी, जिस दे लई राहुल गांधी नूं ठीक तरीके दे नाल गाइड नहीं किया गया। उन्होंने चन्नी नूं इत्थों तक कह दिता सीगा कि जेकर अपना परिवार नहीं संभाल सकदा ते ओह पंजाब नूं किवें संभाल सकदा है। जीपी ने नवजोत सिंह सिद्धू की हमायत करदे होया कहा सीगा कि जेकर सिद्धू मुख मंत्री दा चेहरा हुंदे तां शायद कांग्रेस दा पंजाब दे विच इह हाल ना हुंदा। उधर कुछ नेतावां ने चन्नी ते सिद्धू की आपसी खिचोतान दे नाल-नाल सुनील जाखड़ दे बयानां नूं भी हार दे लई जिम्मेवार ठहराया। पंजाब यूथ कांग्रेस के प्रधान बरिंदर सिंह ढिल्लों ने कहा है कि पंजाब के लोग सिस्टम तो अक चुके ने, जिथे दी नब्ज पार्टी नेता टटोल नहीं सके। उधर इस हार ते महामंथन नूं पार्टी के सीनियर नेता पवन दीवान ने सिर्फ एक नौटंकी करार दिता। उन्होंने हरीश चौधरी की चोण नीति ते सवाल चुकदे होया कहा कि जदों दोषी ही जज है तां इंसाफ कौन करेगा। बैठक के दौरान कई नेतावां ने हरीश चौधरी के इस्तीफे संबंधी आवाज भी चुकी। बैठक के दौरान सुरजीत तिमान ते विधायक अमरिंदर सिंह राजा वड़िंग ने भी तिखी बयानबाजी की। उधर पंजाब दे विच विधान सभा चोणां दे नतीजे आ चुके ने। सूबे दे विच आम आदमी पूरी बहुमत दे नाल सरकार बनाउण दे लई तैयार है। मुख मंत्री अहुदे दे उम्मीदवार भगवंत मान अज खटखड़ कलां दे विच सौं चुकणगे, जिस तो बाद सरकार दा काम शुरू हो जाएगा। यही काम प्रक्रिया है जो हर बार विधान सभा चोणां तो बाद अपनाई जाती है। इस बार दो चीज़ां वखरियां ने। एक तां सौं चुकण वाला सीएम गैर कांग्रेस, गैर भाजपा, गैर अकाली दल दे विचों है। दूजा ये सौं चुक समागम शहीद भगत सिंह दे पिंड खटखड़ कलां दे विच होण जा रहा है। इस तो इलावा एक होर प्रक्रिया वखरी चल रही है जो इस तो ਪਹਿਲਾਂ ਕਦੇ ਨਹੀਂ ਹੋਈ। ਉਹ ਹੈ ਸੂਬੇ ਦੇ ਵਿੱਚ ਤਾਇਨਾਤ ਅਫਸਰਾਂ ਦੇ ਵੱਲੋਂ ਆਪਣੇ ਲਈ ਗॉड ਫਾਦਰ ਦੀ ਭਾਲ ਕਰਨਾ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤਾਇਨਾਤ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਸੱਤਾ ਬਦਲਣ ਤੇ ਸੱਤਾਧਾਰੀ ਪਾਰਟੀ ਦੇ ਵਿੱਚ ਆਪਣਾ ਗॉडफादर ਬਣਾ ਕੇ ਰੱਖਦੇ ਨੇ। ਕਾਂਗਰਸ ਦੀ ਸਰਕਾਰ ਦੇ ਵਿੱਚ ਵੱਖ ਤੇ ਅਕਾਲੀ ਭਾਜਪਾ ਸਰਕਾਰ ਹੋਵੇ ਤਾਂ ਵੱਖ ਗॉडफादर ਹੁੰਦਾ ਹੈ। ਪਾਰਟੀ ਦੇ ਹਿਸਾਬ ਦੇ ਨਾਲ ਸਾਰਿਆਂ ਨੇ ਆਪਣੇ ਗॉडफादर ਬਣਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਜੋ ਕੋਈ ਵੀ ਸਰਕਾਰ ਆਏ ਸੱਤਾ ਮੁਤਾਬਕ ਅਹਿਮ ਅਹੁਦਾ ਜਾਂ ਮਲਾਈਦਾਰ ਪੋਸਟ ਹਾਸਲ ਕੀਤੀ ਜਾ ਸਕੇ। ਕੁੱਲ ਮਿਲਾ ਕੇ ਕਈ ਅਫਸਰਾਂ ਦੀ ਤਾਇਨਾਤੀ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਜਾਂ ਹੋਰ ਨੇਤਾ ਅਹਿਮ ਭੂਮਿਕਾ ਨਿਭਾਉਂਦੇ ਨੇ, ਪਰ ਇਸ ਵਾਰ ਤਸਵੀਰ ਕੁਝ ਹੋ ਵੱਖਰੀ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਸਰकारी ਹਸਪਤਾਲ, ਸਕੂਲ, ਸਰਕਾਰੀ ਦਫ਼ਤਰ, ਪੁਲਿਸ ਸਟੇਸ਼ਨਾਂ ਦੇ ਵਿੱਚ ਜਾ ਕੇ ਅਚਾਨਕ ਜਾਂਚ ਕਰ ਰਹੇ ਨੇ, ਸਟਾਫ ਨੂੰ ਹਦਾਇਤਾਂ ਜਾਰੀ ਕਰ ਰਹੇ ਨੇ। ਉੱਥੋਂ ਇਹ ਲੱਗਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲਾਂ ਵਰਗੀਆਂ ਲਾਪਰਵਾਹੀਆਂ ਤੇ ਛੋਟ ਨਹੀਂ ਮਿਲੇਗੀ। ਖਾਸ ਤੌਰ ਤੇ ਜੇ ਇਹ ਵਿਵਸਥਾ ਲਾਗੂ ਰਹਿੰਦੀ ਹੈ ਤਾਂ ਆਮ ਲੋਕਾਂ ਦੇ ਲਈ ਇਹ ਇੱਕ ਬਿਹਤਰ ਦੌਰ ਹੋਵੇਗਾ। ਲੋਕਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਅਤੇ ਪਹਿਲਾਂ ਵਾਂਗ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਸਟਾਫ ਦੀ ਗੈਰ ਮੌਜੂਦਗੀ ਦੇ ਕਾਰਨ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਸੱਤਾ ਦੇ ਵਿੱਚ ਆਈ ਹੈ ਤੇ ਹੁਣ ਕਿਸੇ ਨੂੰ ਵੀ ਉਮੀਦ ਵੀ ਨਹੀਂ ਸੀ ਕਿ ਆਪ ਸੂਬੇ ਦੇ ਵਿੱਚ ਪੂਰੇ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਆ ਜਾਵੇਗੀ। ਅਫਸਰਸ਼ਾਹੀ ਇਹ ਸੋਚ ਕੇ ਚੱਲ ਰਹੀ ਸੀ ਕਿ ਆਪ ਜੇ ਸੱਤਾ ਦੇ ਵਿੱਚ ਆਏਗੀ ਤਾਂ ਕਿਸੇ ਵੀ ਨਾ ਕਿਸੇ ਪਾਰਟੀ ਦੇ ਨਾਲ ਮਿਲ ਕੇ ਆਏਗੀ, ਜਿਵੇਂ ਕਿ ਗੱਠਜੋੜ ਪਾਰਟੀ ਹੋਵੇਗੀ। ਉਹ ਪਹਿਲਾਂ ਤੋਂ ਹੀ ਸੂਬੇ ਦੇ ਵਿੱਚ ਸੱਤਾ ਦੇ ਵਿੱਚ ਰਹਿ ਚੁੱਕੀ ਹੋਵੇਗੀ, ਜਿਸ ਦਾ ਮਲਾਈਦਾਰ ਪੋਸਟ ਲੈਣ ਦਾ ਮੁਸ਼ਕਲ ਨਹੀਂ ਆਏਗੀ। ਪਰ ਹੁਣ ਸਥਿਤੀ ਬਦਲ ਚੁੱਕੀ ਹੈ, ਸਭ ਕੁਝ ਉਲਟ ਪੁਲਟ ਹੋ ਚੁੱਕਿਆ ਹੈ। ਅਫਸਰਸ਼ਾਹੀ ਨੂੰ ਸਮਝ ਨਹੀਂ ਆ ਰਹੀ ਕਿ ਕਿਸ ਨੂੰ ਗॉडफादर ਬਣਾਇਆ ਜਾਵੇ ਤੇ ਕਿਸ ਨੂੰ ਮਿਲਿਆ ਜਾਵੇ ਜਾਂ ਕਿਸ ਨੂੰ ਨਾ ਮਿਲਿਆ ਜਾਵੇ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।